Welcome back everyone to the official YouTube channel of Yes Academy. As you know, we have started a lecture series for soil mechanics. In the last lecture, we discussed about earth pressure theory. ਆਪਾਂ अर्थ ਪ੍ਰੈਸ਼ਰ ਦੇ ਕੁਝ ਬੇਸਿਕਸ ਪੜ੍ਹੇ ਸੀ। ਇਹ ਦੇਖਿਆ ਸੀ ਵੀ ਜੇ ਆਪਣੇ ਕੋਈ ਰਿਟੇਨਿੰਗ ਵਾਲ ਹੈ, ਕੋਈ ਸਟਰਕਚਰ ਹੈ ਤਾਂ ਉਹਦੇ ਉੱਪਰ ਜਿਹੜਾ ਹੌਰੀਜ਼ੌਂਟਲ ਪ੍ਰੈਸ਼ਰ ਐਗਜ਼ਰਟ ਹੁੰਦਾ ਉਹ ਕਿਸ ਤਰੀਕੇ ਦਾ ਐਗਜ਼ਰਟ ਹੁੰਦਾ, ਉਹਦਾ ਮੈਗਨੀਟਿਊਡ ਕਿਸ ਤਰੀਕੇ ਨਾਲ ਵੈਰੀ ਕਰੂਗਾ, ਉਸ ਮੈਗਨੀਟਿਊਡ ਕਿਹੜੇ ਫੈਕਟਰਸ ਤੇ ਡਿਪੈਂਡ ਕਰੂਗਾ, ਕਿਹੜੇ ਉਹਦੇ ਡਾਇਰੈਕਸ਼ਨਸ ਹੋਣਗੀਆਂ। ਡਾਇਰੈਕਸ਼ਨਸ ਦੇ ਬੇਸਿਸ ਦੇ ਉੱਪਰ ਜੇ ਫੇਲੀਅਰ ਹੋਊਗਾ ਤਾਂ ਕਿਸ ਤਰੀਕੇ ਦਾ ਹੋਊਗਾ। ਆਪਾਂ ਪਿਛਲੇ ਲੈਕਚਰ ਦੇ ਵਿੱਚ ਨਾਲ ਹੀ ਕੀ ਪੜ੍ਹਿਆ ਸੀਗਾ, ਐਕਟਿਵ ਅਰਥ ਪ੍ਰੈਸ਼ਰ ਤੇ ਪੈਸਿਵ ਅਰਥ ਪ੍ਰੈਸ਼ਰ ਆਪਾਂ ਦੋ ਅਲੱਗ-ਅਲੱਗ ਪੜ੍ਹੇ ਸੀਗੇ। ਇਹਨਾਂ ਸਾਰਿਆਂ ਨੂੰ ਆਪਾਂ ਨੇ ਡਿਫਰੈਂਸ਼ੀਏਟ ਕੀਤਾ ਸੀਗਾ ਵਿਦ ਦ ਬੇਸਿਸ ਆਫ KA ਐਂਡ KP, ਜਿਹੜੇ ਕਿ ਅੱਗੇ ਡਿਪੈਂਡ ਕਰਦੇ ਹੁੰਦੇ ਸੀਗੇ ਫਾਈ ਦੇ ਉੱਪਰ। ਫਾਈ ਮਤਲਬ ਸੋਇਲ ਦਾ ਇੰਟਰਨਲ ਫ੍ਰਿਕਸ਼ਨ ਐਂਗਲ ਤੇ ਡਿਵੈਲਪ ਕਰਦੇ ਹੁੰਦੇ ਸੀਗੇ। ਅੱਜ ਆਪਾਂ ਇਸ ਤੋਂ ਅੱਗੇ ਕੰਟੀਨਿਊ ਕਰਦੇ ਹਾਂ। ਪਿਛਲੇ ਲੈਕਚਰ ਦੇ ਵਿੱਚ ਜਿਹੜੀ ਵੀ ਆਪਾਂ ਇਕੁਏਸ਼ਨ ਡਿਰਾਈਵ ਕੀਤੀ ਸੀ, ਇਕੁਏਸ਼ਨ ਆਪਣੀ ਕੀ ਬਣੀ ਸੀ ਇਸ ਕੇਸ ਦੇ ਵਿੱਚ, sigma 3 is equal to KA into gamma into Z, ਜਾਂ ਆਪਾਂ ਇਹਨੂੰ KA into sigma 1 ਵੀ ਲਿਖ ਸਕਦੇ ਹਾਂ। ਤੇ sigma 1 ਦਾ ਮਤਲਬ ਸੀਗਾ vertical pressure minus 2C under root KA। ਇਧਰਲੇ ਪਾਸੇ ਆਪਣੀ ਇਕੁਏਸ਼ਨ ਕੀ ਬਣੀ ਸੀਗੀ, sigma 3 is equal to sigma 1 into KP plus 2C under root KP। ਇੱਥੇ ਪਲੱਸ ਕਿਉਂ ਆ ਗਿਆ ਸੀ ਕਿਉਂਕਿ ਦੋਨਾਂ ਦੀ ਡਾਇਰੈਕਸ਼ਨ ਸੇਮ ਸੀ। ਇੱਥੇ ਮਾਈਨਸ ਕਿਉਂ ਆ ਗਿਆ ਸੀਗਾ, ਦੋਨਾਂ ਦੀ ਡਾਇਰੈਕਸ਼ਨ ਅਲੱਗ-ਅਲੱਗ ਸੀਗੀ। ਹੁਣ ਆਪਾਂ ਜਿਹੜੇ ਇਹ ਰਿਜ਼ਲਟਸ ਡਰਾਈਵ ਕੀਤੇ ਸੀ, ਇਹ ਸਾਰੀ ਐਕਸਪਲੇਨੇਸ਼ਨ ਆਪਾਂ ਨੂੰ ਦਿੱਤੀ ਗਈ ਸੀ ਰੈਂਕਾਈਨ ਦੁਆਰਾ। ਇਹ ਸਾਰੀਆਂ ਡੈਰੀਵੇਸ਼ਨਸ ਲਿੰਕ ਕਰਦੀਆਂ ਰੈਂਕਾਈਨ ਦੀ ਥਿਊਰੀ ਨਾਲ। ਰੈਂਕਾਈਨ ਦੀ ਥਿਊਰੀ ਦੇ ਨਾਲ ਇੱਕ ਹੋਰ ਥਿਊਰੀ ਆਪਾਂ ਪੜ੍ਹਦੇ ਹਾਂ, ਦੈਟ ਇਜ਼ ਕੂਲਮਸ ਥਿਊਰੀ। ਕੂਲਮ ਥਿਊਰੀ ਤੇ ਰੈਂਕਾਈਨ ਥਿਊਰੀ ਦੇ ਵਿੱਚੋਂ ਆਪਾਂ ਰੈਂਕਾਈਨ ਥਿਊਰੀ ਨੂੰ ਇਸ ਲਈ ਪ੍ਰੈਫਰ ਕਰਦੇ ਹਾਂ ਕਿਉਂਕਿ ਇਹ ਸਿੰਪਲਰ ਹੈ ਐਜ਼ ਕੰਪੇਅਰ ਟੂ ਕੂਲਮਸ ਥਿਊਰੀ, ਪਲੱਸ ਇਹ ਲੇਟੈਸਟ ਹੈ। ਲੇਟੈਸਟ ਤੋਂ ਮੇਰਾ ਕੀ ਮਤਲਬ ਹੈ, ਜਿਹੜੀ ਕੂਲਮ ਥਿਊਰੀ ਆਈ ਹੈ, ਕੂਲਮ ਥਿਊਰੀ ਐਜ਼ ਕੰਪੈਰੀਜ਼ਨ ਟੂ ਰੈਂਕਾਈਨਸ ਥਿਊਰੀ 올ਡ ਹੈ। ਕੂਲਮ ਥਿਊਰੀ ਪੁਰਾਣੀ ਹੈ, ਇਸੇ ਕਰਕੇ ਆਪਾਂ ਰੈਂਕਾਈਨ ਥਿਊਰੀ ਨੂੰ ਪ੍ਰੈਫਰ ਕਰਦੇ ਹਾਂ। ਪਲੱਸ ਰੈਂਕਾਈਨ ਨੇ ਜਦੋਂ ਫੇਲੀਅਰ ਕੰਸੀਡਰ ਕੀਤੇ ਤਾਂ ਰੈਂਕਾਈਨ ਨੇ ਸਿੰਪਲ ਸੋਇਲ ਦਾ ਫੇਲੀਅਰ ਕੰਸੀਡਰ ਕੀਤਾ, ਬਟ ਇਨ ਕੇਸ ਆਫ ਕੂਲਮ ਨੇ ਵੈਜ ਫੇਲੀਅਰ ਕੰਸੀਡਰ ਕੀਤਾ। ਵੈਜ ਫੇਲੀਅਰ ਤੋਂ ਕੀ ਮਤਲਬ ਸੀਗਾ, ਕੂਲਮ ਦਾ ਇਹ ਕਹਿਣਾ ਸੀ ਵੀ ਸੋਇਲ ਜਦੋਂ ਵੀ ਫੇਲ ਕਰੂਗੀ, ਸੋਇਲ ਦਾ ਇੱਕ ਪੂਰਾ ਮਾਸ ਟੁੱਟ ਕੇ ਅਲੱਗ ਹੋ ਜਾਊਗਾ, ਕੂਲਮ ਦਾ ਬਣਨਾ ਸੀਗਾ। ਰੈਂਕਾਈਨ ਨੇ ਕੀ ਕਿਹਾ ਵੀ ਸੋਇਲ ਦਾ ਕੱਲਾ ਪਾਰਟੀਕਲ ਵੀ ਫੇਲਿਅਰ ਦੇ ਲਈ ਰਿਸਪੌਂਸਿਬਲ ਹੋਊਗਾ। ਆਪਾਂ ਕੀ ਪੜ੍ਹਦੇ ਹਾਂ, ਜਿਹੜਾ ਫਾਈ ਹੁੰਦਾ ਹੈ, ਸੀ ਹੁੰਦਾ ਹੈ, ਸੋਇਲ ਦੀਆਂ ਇੰਟਰਨਲ ਪ੍ਰੋਪਰਟੀਜ਼ ਹੁੰਦੀਆਂ ਨੇ। ਇਹ ਪਾਰਟੀਕਲਸ ਦੇ ਵਿੱਚ ਵਾਲੀ ਫ੍ਰਿਕਸ਼ਨ ਹੁੰਦੀ ਹੈ ਪਲੱਸ ਪਾਰਟੀਕਲਸ ਦੇ ਵਿੱਚ ਵਾਲੀ ਅਟਰੈਕਸ਼ਨ ਹੁੰਦੀ ਹੈ। ਕੂਲਮ ਨੇ ਕੀ ਅਸਿਊਮ ਕੀਤਾ ਵੀ ਵੈਜ ਫੇਲਿਅਰ ਕਰੂਗਾ, ਯਾਨੀ ਕਿ ਸਾਰੀ ਦੀ ਸਾਰੀ ਸੋਇਲ ਇਕੱਠੀ ਫੇਲ ਕਰੂਗੀ। ਉਹਨਾਂ ਬੇਸਿਸ ਦੇ ਉੱਪਰ ਰੈਂਕਾਈਨ ਥਿਊਰੀ ਜ਼ਿਆਦਾ ਐਪਲੀਕੇਬਲ ਹੁੰਦੀ ਹੈ ਐਜ਼ ਕੰਪੇਅਰ ਟੂ ਕੂਲਮਸ ਥਿਊਰੀ ਨਾਲੋਂ। ਇਸੇ ਲਈ ਆਪਾਂ ਰੈਂਕਾਈਨ ਥਿਊਰੀ ਨੂੰ ਪ੍ਰੈਫਰ ਕਰ ਰਹੇ ਹਾਂ। ਜਿਹੜੇ ਇਹ KA ਤੇ KP ਆਪਾਂ ਯੂਜ਼ ਕੀਤੇ ਆ, ਇਹ ਸਪੈਸ਼ਲੀ ਫॉर ਰੈਂਕਾਈਨਸ ਥਿਊਰੀ ਹੈ। ਆਪਾਂ ਕੂਲਮਸ ਥਿਊਰੀ ਨੂੰ ਅੱਗੇ ਸਟੱਡੀ ਨਹੀਂ ਕਰਾਂਗੇ। ਰੈਂਕਾਈਨ ਥਿਊਰੀ ਦੇ ਵਿੱਚ ਜਿਹੜੀ ਆਪਣੀ ਇਹ ਇਕੁਏਸ਼ਨ ਨਿਕਲੀ ਸੀ, ਆਪਾਂ ਕੀ ਪੜ੍ਹਿਆ ਸੀ ਵੀ ਜਿਹੜਾ ਆਪਣੇ ਕੋਲੇ ਐਕਟਿਵ ਵਾਲਾ ਕੇਸ ਹੁੰਦਾ ਹੈ, ਆਪਣਾ ਫੇਲੀਅਰ ਕੇਸ ਬਣਦਾ। ਪੈਸਿਵ ਦੇ ਕੇਸ ਜਿਹੜਾ ਆਪਣਾ ਫੇਲੀਅਰ ਕੇਸ ਹੁੰਦਾ ਉਹ ਇੰਨਾ ਐਕਸਟ੍ਰੀਮ ਨਹੀਂ ਹੁੰਦਾ। ਤਾਂ ਹੁਣ ਜਦੋਂ ਆਪਾਂ ਇਸ ਫੇਲੀਅਰ ਕੇਸ ਨੂੰ ਕੰਸੀਡਰ ਕਰਕੇ ਚੱਲਾਂਗੇ, ਇਸ ਤੋਂ ਅੱਗੇ ਜੇ ਆਪਾਂ ਇਹ ਦੇਖੀਏ ਵੀ ਕਿਹੜੇ ਕੇਸਿਸ ਆਪਾਂ ਨੂੰ ਪੇਪਰ 'ਚ ਕੁਐਸਚਨ ਪੁੱਛੇ ਜਾ ਸਕਦੇ ਆ ਜਿਸ ਤਰੀਕੇ ਦੇ, ਹੁਣ ਆਪਾਂ ਉਹਨਾਂ ਕੇਸਿਸ ਬਾਰੇ ਗੱਲ ਕਰਨੀ ਸ਼ੁਰੂ ਕਰਦੇ ਹਾਂ। ਦੇਖੋ, ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਐਕਸਕੈਵੇਸ਼ਨ ਦੀ। ਐਕਸਕੈਵੇਸ਼ਨ ਤੋਂ ਕੀ ਮਤਲਬ ਹੈ, ਆਪਾਂ ਕਿਤੇ ਵੀ ਸੋਇਲ ਦਾ ਇੱਕ ਪਿਟ ਐਕਸਕੈਵੇਟ ਕਰਨਾ ਸ਼ੁਰੂ ਕਰਤਾ, ਇੱਕ ਟੋਆ ਪੱਟਣਾ ਸ਼ੁਰੂ ਕਰਤਾ, ਤਾਂ ਉਹਦੇ ਵਿੱਚ ਕਿੰਨੀ ਐਕਸਕੈਵੇਸ਼ਨ ਆਪਾਂ ਬਿਨਾਂ ਕਿਸੇ ਸਪੋਰਟ ਤੋਂ ਕਰ ਸਕਦੇ ਹਾਂ। ਦੇਖੋ ਕਿਵੇਂ, ਹੁਣ ਆਹ ਮੇਰੇ ਕੋਲੇ ਕੋਈ ਵੀ ਇੱਕ ਸੋਇਲ ਹੈ ਜਿਹਦੇ ਵਿੱਚ ਮੈਂ ਐਕਸਕੈਵੇਸ਼ਨ ਕਰਨੀ ਸ਼ੁਰੂ ਕਰਤੀ, ਇੱਧਰ ਵੀ ਸੋਇਲ ਹੈ, ਇੱਧਰ ਵੀ ਸੋਇਲ ਹੈ, ਮੈਂ ਇੱਕ ਟੋਆ ਪੱਟ ਰਿਹਾ। ਠੀਕ, ਸਿੰਪਲ ਪੰਜਾਬੀ 'ਚ ਆਪਾਂ ਟੋਆ ਕਹਿ ਦਿੰਦੇ ਹਾਂ, ਇੰਗਲਿਸ਼ ਦੇ ਵਿੱਚ ਆਪਾਂ ਪਿਟ ਕਹਿ ਦਿੰਦੇ ਹਾਂ। ਪਿਟ ਐਕਸਕੈਵੇਟ ਕਰ ਰਹੇ ਹਾਂ। ਹੁਣ ਮੈਕਸਿਮਮ ਕਿੰਨੀ ਹਾਈਟ ਤੱਕ ਮੈਂ ਇਹ ਪਿਟ ਐਕਸਕੈਵੇਟ ਕਰ ਸਕਦਾ ਸੱਚ ਦੈਟ ਕਿ ਜਿਹੜੀ ਆਸੇ-ਪਾਸੇ ਵਾਲੀ ਸੋਇਲ ਆ ਉਹ ਕੋਲੈਪਸ ਨਾ ਕਰੇ। ਹਾਊ ਮਚ ਹਾਈਟ ਆਫ ਪਿਟ ਕੈਨ ਬੀ ਐਕਸਕੈਵੇਟਡ ਵਿਦਾਊਟ ਪ੍ਰੋਵਾਈਡਿੰਗ ਐਨੀ ਸਪੋਰਟ ਟੂ ਦ ਸਰਾਊਂਡਿੰਗ ਸੋਇਲ। ਹੁਣ ਆਪਾਂ ਇਸ ਕੁਐਸਚਨ ਨੂੰ ਦੇਖਾਂਗੇ ਵੀ ਕਿਵੇਂ ਸੋਲਵ ਕਰ ਸਕਦੇ ਹਾਂ, ਕਿੱਦਾਂ ਇਹ ਚੀਜ਼ ਡਰਾਈਵ ਹੋਊਗੀ। ਹੁਣ ਆਪਾਂ ਇਹਦੇ ਵਿੱਚ ਕੀ ਕਿਹਾ ਸੀਗਾ, 2C √KA ਇੱਕ ਕਾਂਸਟੈਂਟ ਹੈ,
ਇਹ ਟਰਮ ਇੱਕ ਕਾਂਸਟੈਂਟ ਵੈਲਿਊ ਰੱਖਦੀ ਹੈ ਕਿਉਂਕਿ ਸੋਇਲ ਦਾ C ਵੀ ਕਾਂਸਟੈਂਟ ਹੁੰਦਾ, ਸੋਇਲ ਦਾ K ਇਹ ਵੀ ਕਾਂਸਟੈਂਟ ਹੁੰਦਾ। ਬਟ ਜੇ ਮੈਂ ਇਸ ਮੂਰਲੇ ਫੈਕਟਰ ਦੀ ਗੱਲ ਕਰਾਂ ਤਾਂ ਜਿਵੇਂ ਜਿਵੇਂ Z ਵੱਧਦਾ ਜਾਊਗਾ ਉਵੇਂ ਉਵੇਂ ਮੇਰਾ ਮੂਰਲਾ ਫੈਕਟਰ ਵੀ ਵੱਧਦਾ ਚਲਾ ਜਾਊਗਾ। ਠੀਕ, ਸਿਗਮਾ 3 ਕੀ ਹੈ ਜਿਹੜਾ ਕਿ ਸੋਇਲ ਨੂੰ ਫੇਲ ਕਰਵਾ ਰਿਹਾ ਹੈ, ਤਾਂ ਸਿਗਮਾ 3 ਦੀ ਵੈਲਿਊ ਇਸ ਟੋਟਲ ਵੈਲਿਊ ਤੋਂ ਨਿਕਲ ਰਹੀ ਹੈ। यानी कि जे मैं ਇਹਦੀ ਪ੍ਰੈਸ਼ਰ ਡਾਇਗਰਾਮ ਇਸ ਸੋਇਲ ਦੇ ਇਸ ਪਾਸੇ ਬਣਾ ਕੇ ਦੇਖਾਂ ਤਾਂ ਕਿਸ ਤਰੀਕੇ ਨਾਲ ਬਣੂਗੀ। ਟੌਪ ਦੇ ਉੱਪਰ Z0 ਹੈ, ਜੇ Z0 ਹੈ, ਜੇ ਮੈਂ ਇਸ ਰਿਲੇਸ਼ਨ ਚ Z ਨੂੰ 0 ਪੁੱਟ ਕਰਾਂ ਤਾਂ ਵੈਲਿਊ ਕਿੰਨੀ ਰਹੇਗੀ -2c√KA, यानी कि 2c√KA ਮਾਈਨਸ ਦਾ ਜਿਵੇਂ ਜਿਵੇਂ ਆਪਾਂ ਨੀਚੇ ਆਉਂਦੇ ਚਲੇ ਜਾਵਾਂਗੇ ਉਵੇਂ ਉਵੇਂ Z ਵੱਧਦਾ ਚਲਾ ਜਾਊਗਾ। ਜੇ Z ਵੱਧਦਾ ਚਲਾ ਜਾਊਗਾ ਯਾਨੀ ਕਿ ਪੋਜ਼ਿਟਿਵ ਵਾਲਾ ਕੰਪੋਨੈਂਟ ਵੱਧ ਰਿਹਾ ਹੈ। ਜੇ ਪੋਜ਼ਿਟਿਵ ਵਾਲਾ ਕੰਪੋਨੈਂਟ ਵੱਧ ਰਿਹਾ ਹੈ ਤਾਂ ਆਟੋਮੈਟਿਕਲੀ ਨੈਗੇਟਿਵ ਵਾਲਾ ਕੰਪੋਨੈਂਟ ਘਟਣਾ ਸ਼ੁਰੂ ਹੋ ਜਾਊਗਾ। ਤਾਂ ਯਾਨੀ ਕਿ ਮੇਰੇ ਕੋਲ ਡਾਇਗਰਾਮ ਕੁਝ ਇਸ ਤਰੀਕੇ ਨਾਲ ਬਣੂਗੀ, ਲਾਈਕ ਦਿਸ। ਪ੍ਰੈਸ਼ਰ ਡਾਇਗਰਾਮ ਕੁਝ ਇਸ ਤਰੀਕੇ ਨਾਲ ਬਣੀ। ਕਿਵੇਂ ਬਣੀ? ਆ ਕਾਂਸਟੈਂਟ ਹੈ पर प्लस वाली वैल्यू बढ़ती जा रही है विद हाइट, तो प्लस वाला कंपोनेंट बढ़ता जा रहा है यानी कि नेगेटिव वाला घटता जा रहा है। डायग्राम कुछ इस तरीके ना बन गई। बिल्कुल बॉटम ते मैंने कितना कंपोनेंट मिला होगा गामा इंटू Z इंटू KA माइनस 2c√KA। हुन इस पॉइंट ते आके मेरिया सारिया फोर्सेस जीरो हो रही हैं। जे मैं इस पॉइंट नू इस पॉइंट तक जिहड़ी हाइट है इनू जे आपां ZC कंसीडर करिए, ZC इस पॉइंट ते फोर्स 0 है जां मेरा सिग्मा 3 0 है इस पॉइंट ते। जे मैं इस पॉइंट की इक्वेशन बनावां तां मेरे कोल की बनूगी गामा इंटू Z इंटू KA माइनस 2c√KA इज इक्वल टू 0 फॉर दिस पॉइंट। तां इस पॉइंट वास्ते जे मैं वैल्यू कड्ढा Z दी 2c√KA, Z दी वैल्यू आपां ZC पर ही है तो इत्थे ZC नाल रिप्लेस कर दिंदे तां ZC दी वैल्यू कादे बराबर आ गई 2c√KA ओवर गामा इनटू KA, दैट इज 2c ओवर गामा√KA। हुण इस हाइट का की मतलब है, देखो इस तो ऊपरले जे मैं सारा केस देखा तो इस तो ऊपर केस च की हो जाएगा, नेगेटिव वाली फोर्स ज्यादा है। नेगेटिव वाली फोर्स ज्यादा तो मतलब सिग्मा 3 एक्टिव के केस का की मतलब होता है सॉइल परा मूव कर रही है जां वॉल परा मूव कर रही है सॉइल तो, यानी कि -2c√KA वाला कंपोनेंट की कर रहा है वॉल नू ते सॉइल नू एक दूजे दे नेड़े लेके जा रहा है। क्लियर? तो यानी कि जेड़ा अपना माइनस वाला कंपोनेंट है यह अट्रैक्शन फोर्स है, प्लस वाला कंपोनेंट मेरी रिपल्शन फोर्स है। हुण इस तो ऊपर वाले केस च सारे किते जिहड़ा मेरा नेगेटिव वाला कंपोनेंट है यानी कि अट्रैक्शन वाला कंपोनेंट है उसकी डोमिनेशन ज्यादा है एज कंपेयर टू प्लस वाले कंपोनेंट नालों, यानी कि सॉइल एक दूजे नाल जुड़ के रहणगे, पार्टिकल्स फेल नहीं करनगे अप टू दिस पॉइंट। इस पॉइंट तो बाद पॉजिटिव वाले कंपोनेंट की डोमिनेशन बदलण लग गई, यानी कि हुण की होगा पार्टिकल्स रिपल्सिव फोर्सां वधनियां शुरू हो गईयां तां हुण रिपल्सिव फोर्सां नैगेटिव फोर्सेस नूं नैगेटिव प्रैशर नूं डिवेलप करना शुरू करनगे। जिस पॉइंट पे जाके दोनों एक दूजे नूं एग्जैक्टली बैलेंस कर देणगे उत्थे मेरी सॉइल की हो जूगी फेल हो जूगी। क्लियर? तां यानी कि कोई होर हाइट आऊगी जिस हाइट ते जाके ये दोनों फोर्सेस एक दूजे नूं बैलेंस कर देणगियां। जे आ हाइट ZC है तां अगे भी हाइट कितनी आऊगी ZC, अगे फिर जे एक होर हाइट मैं ZC ले ला तां वो हाइट ते जाके की होगा अब प्लस वाली ट्रायंगल दा एरिया बिल्कुल बराबर हो जाऊगा माइनस वाली ट्रायंगल दे, यानी कि उस पॉइंट ते की होगा नेगेटिव पॉजिटिव फोर्सेस बराबर हो गईयां। जिवें ही उस तो आपां हल्का जिहा होर एक्सकैवेट कीता नाल दी नाल मेरी सॉइल की कर जूगी फेल कर जूगी। हुण इस केस तो जे आपां की समझ सकते हैं इस पॉइंट तक जदों सॉइल होगी इस हाइट तक उस कोई क्रैक्स नहीं पैणगे। क्यों? क्योंकि नेगेटिव वाला कंपोनेंट ज्यादा है, अट्रैक्शन कंपोनेंट ज्यादा है। बट जिवें ही आपां इस तो नीचे मूव करना शुरू करांगे नाल दी नाल पॉजिटिव वाले कंपोनेंट्स इंक्रीज होने शुरू हो गए। नाल दी नाल की होगा हुण सॉइल फेलियर कंडीशन वाल मूव करनी शुरू होगी। जिवें ही आपां ZC ते ZC यानी कि 2ZC हाइट तक पहुंचांगे नाल दी नाल हल्की जी एक्सकैवेशन होर करन दी सॉइल मेरी की कर जूगी फेल कर जूगी। इत्थों आपां नूं की पता लग रहा है
ZC अपनी की होगी हाइट ऑफ क्रैक भी, यानी कि जिस पॉइंट ते जाके क्रैक डिवेलप होने शुरू होणगे। HC मेरे को जिहदी वैल्यू 2 इंटू ZC लिख रहे हैं आपां, इस टोटल हाइट नूं आपां की लिख रहे हैं HC। HC की इंडिकेट कर रही है हाइट ऑफ मैक्सिमम unsupported excavation। अनसपोर्टेड एक्सकैवेशन की हाइट जिमें ही एक्सीड करूगी, जे मैनू होर ज्यादा एक्सकैवेशन करनी एक्सीडेड है तो उस केस दे विच मैनू ऑटोमैटिकली कोई ना कोई सपोर्ट प्रोवाइड करनी होगी। सपोर्ट किस तरीके नाल प्रोवाइड कर देंगे, जे एक्सकैवेशन करनी है तो उस केस च सपोर्ट कुछ इस तरीके नाल प्रोवाइड करते हैं, लाइक दिस। ऐदा दा एक छोटा जा, इनू ब्रेसिंग बोलते हैं, स्ट्रट्स भी बोल देते हैं। स्ट्रट्स होंगे ने, ब्रेसिंग होंगे, आपको डिटेल जाने की लोड़ नहीं। इस तरीके नाल कॉर्नर्स नू ब्रेस करते हैं, फिर अगे एक्सकैवेट करते हैं, फिर ब्रेस करते चले जाते हैं, थोड़ा जिहा एक्सकैवेट करते हैं, नाल दी नाल ब्रेसिंग कर देंगे हैं। तो आपां नूं उवें ब्रेसिंग करते रहना पऊगा। कितनी हाइट तक आपां मैक्सिमम एक्सकैवेट कर सकते हैं, 2c अपॉन गामा रूट KA इंटू 2। क्लीयर? तो यानी कि जे मैं इथों HC नूं क्लीयर करके लिखना तो HC मेरे को कितनी आ गई 4c अपॉन गामा रूट KA। 4 किवें आ गया, इनू 2c नूं 2 नाल मल्टीप्लाई करांगे तो 4 आ जाऊगा। तो इथों अपने को HC कितना आ गया 4c अपॉन गामा रूट KA। कित्थों पता लग गया आपां नूं, जिथे जाके फोर्सेस, जिथे जाके अपनी जिहड़ा डायग्राम्स का एरिया एग्जैक्टली बराबर होगा, उत्थे दोनों फोर्सेस बैलेंस करनी है, उस वो अपने क्रिटिकल पॉइंट होगा फेलियर लई। इत्थे क्रिटिकल पॉइंट कित्थे है HC ते। क्रैक्स कित्थे डिवेलप होने शुरू होणगे, दैट इज एट ZC। ये अपना फर्स्ट टाइप ऑफ क्वेश्चन है भी कितनी हाइट तुसीं मैक्सिमम एक्सकैवेट कर सकते हो। पेपर दे विच मोस्टली आस्क्ड क्वेश्चन है। ਇਹਦੇ ਵਿੱਚ ध्यान की रखना है, सिर्फ ਤੇ सिर्फ एक्टिव वाले केस च ही ਆਪਾਂ ਨੂੰ ਲੋੜ ਪਊਗੀ कोई ना कोई सपोर्ट प्रोवाइड करने दी। क्यों? क्योंकि एक्टिव वाले केस च प्रेशर की डायरेक्शन दूसरी साइड होंदी है एज कंपेयर टू कोहेजन की डायरेक्शन नालों। कोहेजन सेव करके रखने की कोशिश कर रहे हैं, पर जिहड़ा मेरा एक्टिव अर्थ प्रेशर है वो फेल करने की कोशिश कर रहा है। क्लीयर? मूव करते हैं अपने नैक्सट क्वेश्चन टाइप के उपर। सैकेंड क्वेश्चन टाइप के विचों आपां नूं किसी भी पॉइंट उपर इन सॉइल प्रेशर पुछ सकते हैं, टोटल कितना होगा, प्रेशर फोर्स पुछ सकते हैं कितनी होगी, ये पुछ सकते हैं भी टोटल प्रेशर फोर्स किस पॉइंट पे एक्ट कर रही होगी। तो हुण आपां एक क्वेश्चन कंसीडर करते हैं, कंसीडरिंग ऑल द केसिस, उहदे विचों बहुत छोटे छोटे क्वेश्चन निकल सकणगे। तो आपां एक मेजर केस दे विच सारे केसिस डिस्कस करांगे। देखो फॉर एग्जांपल आपां एक सॉइल मास कंसीडर करते हैं लाइक दिस। कोई भी सॉइल मास है जिहदे विच 3 अलग अलग सॉइल्स है, टोटल इन्नी हाइट है सॉइल मास की। आपां एक केस कंसीडर कर रहे हैं, ठीक। इस दी हाइट Z1, इहदी हाइट Z2, इहदी हाइट Z3। सिंपल केस कंसीडर करांगे बिल्कुल। इस तो बाद आपां की देखिया, इत्थों तक वाली सॉइल ड्राई है, इत्थों वाली सॉइल सैचुरेटेड है। सैचुरेटेड का मतलब समझ सकते हो, जिहदी डिग्री ऑफ सैचुरेशन 1 होगी। नीचे वाली सॉइल मेरी सबमर्ज है। सबमर्ज तो की मतलब हो गया, इत्थे अपने कोले ग्राउंड वाटर लेवल है, ये ग्राउंड वाटर लेवल तो नीचे वाली सॉइल है। हुण इहदे विच क्वेश्चन से ट्विस्ट कित्थे कित्थे आउणगे। फॉर द टाइम बीइंग मैं ये सपोज कर रहे हैं भी तिन्ने सॉइल्स दा फाई 30 डिग्री है। आपां नूं फाई अलग-अलग भी हो सकता है, तो आपां उसे फाई के अकॉर्डिंग अलग-अलग सारियां दे KA भी कैलकुलेट करांगे, अलग-अलग कैलकुलेट होणगे, ठीक। तो मैं एक बार सपोज कर लिया भी तिन्ना दा फाई की है सेम है। गामा सॉइल्स दा, इस सॉइल दा आपां गामा ले लिया 16, इस सॉइल दा गामा ले लिया आपां 20, इस सॉइल दा गामा ऑटोमेटिकली कैलकुलेट होगा। गामा वाटर आपां बाय डिफॉल्ट लेके चल रहे हैं 10 किलोन्यूटन पर मीटर क्यूब, सो दैट कि अपनी कैलकुलेशंस इजी रहन, ठीक। Z1 की वैल्यू आपां 1 ले लेने हैं, Z2 की वैल्यू 2 ले रहे हैं, Z3 की वैल्यू 3 ले रहे हैं। इट इज अ कंप्लीटली हाइपोथेटिकल क्वेश्चन। It will help us to analyze the various cases that can be asked in our exam. सब तो पहला ਆਪਾਂ ਇਹ ਦੇਖਦੇ ਹਾਂ ਵੀ ਕਿਵੇਂ ਕਿਵੇਂ ਪ੍ਰੈਸ਼ਰ ਡਾਇਗਰਾਮ ਬਣੂਗੀ। ਸਭ ਤੋਂ ਪਹਿਲਾਂ ਕੀ ਦੇਖਣਾ ਹੁੰਦਾ ਹੈ ਵੀ ਕੀ ਉੱਪਰ ਕੋਈ ਸਰਚਾਰਜ ਤਾਂ ਨਹੀਂ ਹੈਗਾ, ਤਾਂ ਇਸ ਸੋਇਲ ਦੇ ਉੱਪਰ ਕੋਈ ਸਰਚਾਰਜ ਨਹੀਂ ਹੈਗਾ, ਤਾਂ ਆਪਾਂ ਕੋਈ ਸਰਚਾਰਜ ਕੰਸੀਡਰ ਨਹੀਂ ਕਰਾਂਗੇ। ਤਾਂ ਹੁਣ ਜੇ ਮੈਂ ਇਸ ਪੁਆਇੰਟ ਤੋਂ ਪ੍ਰੈਸ਼ਰ ਡਾਇਗਰਾਮ ਬਣਾਉਣੀ ਸ਼ੁਰੂ ਕਰਾਂ,
इधरले पासे आप अलग अलग रैफरेंसिस ले लेने इस प्रैशर डायग्राम के लिए कैलकुलेशंस होंगे जाएंगे नाल तो हम जो आप प्रैशर डायग्राम बना रहे हैं रैफरेंस लाइन इस सॉइल दे विच मैं कल्ला 530 डिग्री दिता है सी का कुछ भी मेंशन नहीं किया जे सी का कुछ भी मेंशन नहीं किया तो बाय डिफॉल्ट सी नु आपां 0 मानांगे अदरवाइज सी मस्ट बी प्रोवाइडेड इन द क्वेश्चन इस दे विच आपां जे प्रोवाइड करिए इस दे अगे प्रोसीड करिए तो हमने डायग्राम के टॉप के ऊपर z0 है z0 है तो आपां सिग्मा 3 पढ़िया सी कादे बराबर होंदा ka into gamma into z हुण मैं सीधियां वैल्यूज पुट करूंगा तुसीं ध्यान नाल मैच करते जाना सब तो पहला अपन के ए दी लोड पाऊगी के ए ਆਪਾਂ ਕੱਲ ਲਿਖਿਆ ਸੀਗਾ 1 sin phi over 1 sin phi ਤੁਸੀਂ tan ਵਾਲੇ ਫਾਰਮੂਲੇ ਨਾਲ ਵੀ ਕੱਢ ਸਕਦੇ ਹੋ ਪਰ ਉਹ ਫਾਰਮੂਲੇ ਨਾਲ ਮੋਸਟਲੀ ਔਖਾ ਹੁੰਦਾ ਕੱਢਣਾ ਇਹ ਰਿਲੇਸ਼ਨ ਨਾਲ ਬਹੁਤ ਈਜ਼ੀਲੀ ਆ ਜਾਂਦੀਆਂ ਵੈਲਿਊਜ਼ ਆਪਾਂ ਨੂੰ ਪਤਾ ਹੈ sin 30 ਦੀ ਵੈਲਿਊ 0.5 ਹੁੰਦੀ ਹੈ ਤਾਂ ਇੱਥੇ 1 0.5 over 1 plus 0.5 0.5 by 1.5 that is 1 by 3 ਤਾਂ ਆਪਾਂ ਕੇ a ਦੀ ਵੈਲਿਊ ਬਾਈ ਡਿਫਾਲਟ ਕਿੰਨੀ ਲੈ ਕੇ ਚੱਲਾਂਗੇ 1 by 3 ਤਾਂ ਹੁਣ ਆਪਾਂ ਇਹਦੇ ਵਿੱਚ ਵੈਲਿਊਜ਼ ਪੁੱਟ ਕਰਨੀਆਂ ਸ਼ੁਰੂ ਕਰਦੇ ਹਾਂ ਦੇਖੋ ਸਭ ਤੋਂ ਪਹਿਲਾ ਕੇਸ ka into gamma into z gamma is 16 ka ਕਿੰਨਾ ਆਪਣਾ 3 ਤਾਂ ka 1 by 3 ਹੈ z ਆਪਣਾ 1 ਹੈ ਯਾਨੀ ਕਿ ਇਸ ਪੁਆਇੰਟ ਤੇ ਪ੍ਰੈਸ਼ਰ 0 ਨੀਚੇ ਤੱਕ ਆਉਂਦੇ ਹੁੰਦੇ ਵੱਧਦਾ ਚਲਾ ਜਾਊਗਾ ਇਸ ਪੁਆਇੰਟ ਤੇ ਆ ਕੇ ਪ੍ਰੈਸ਼ਰ ਕਿੰਨਾ ਹੋ ਜਾਊਗਾ 16 into 1 by 3 by 3 ਕਿੱਥੋਂ ਆ ਗਿਆ ਕਿ ਇਹਦੀ ਵੈਲਿਊ 1 by 3 ਸੀ ਤਾਂ 1 by 3 ਆ ਗਿਆ ਤਾਂ ਇਸ ਪੁਆਇੰਟ ਉੱਤੇ ਪ੍ਰੈਸ਼ਰ ਕਿੰਨਾ ਆ ਗਿਆ 16 into 1 by 3 ਕਲੀਅਰ ਹੁਣ ਜਿਹੜੀ ਆਹ ਡਰਾਈ ਸੋਇਲ ਹੈ ਇਹ ਨੀਚੇ ਵਾਲੀ ਸੋਇਲ ਦੇ ਲਈ ਸਰਚਾਰਜ ਦਾ ਕੰਮ ਕਰੂਗੀ ਜੇ ਇਹ ਸੋਇਲ ਨੀਚੇ ਵਾਲੇ ਕੇਸ ਲਈ ਸਰਚਾਰਜ ਦਾ ਕੰਮ ਕਰੂਗੀ ਤਾਂ ਆਪਾਂ ਪਹਿਲਾਂ ਸਰਚਾਰਜ ਦੀ ਵੈਲਿਊ ਦੇਖ ਲਈਏ ਇਸ ਸਰਚਾਰਜ ਦੀ ਵੈਲਿਊ ਕਿੰਨੀ ਹੋਊਗੀ ਕੱਲੀ ਗਾਮਾ ਇਨਟੂ z ਹੋਊਗਾ ਇਹ ਸੋਇਲ ਨਿਚਲੀ ਸੋਇਲ ਉੱਤੇ ਕਿੰਨਾ ਲੋਡ ਐਗਜ਼ਰਟ ਕਰ ਰਹੀ ਹੈ that is 16 into 1 16 ਕਿਲੋਨਿਊਟਨ ਪਰ ਮੀਟਰ ਕਿਊਬ ਹੁਣ ਜਿਹੜਾ ਇਹ 16 ਦੇ ਲੋਡ ਆ ਰਿਹਾ ਹੈ ਇਸ ਸੋਇਲ ਕਰਕੇ ਇਹ ਸਾਰੇ ਦਾ ਸਾਰਾ ਕੰਟੀਨਿਊਸਲੀ ਐਕਟ ਕਰ ਰਿਹਾ ਹੈ ਐਟ ਦਿਸ ਸੋਇਲ ਤਾਂ ਕਿਵੇਂ ਕੰਸੀਡਰ ਹੋਊਗਾ ਨੀਚੇ ਵਾਲੀ ਸੋਇਲ ਦੇ ਉੱਪਰ ਸਭ ਤੋਂ ਪਹਿਲਾਂ ਉੱਪਰ ਕੀ ਆ ਗਿਆ ਇੱਕ ਮੈਗਨੀਟਿਊਡ ਆਊਗਾ ਉੱਪਰ ਵਾਲੇ ਮੈਗਨੀਟਿਊਡ ਦੀ ਵੈਲਿਊ ਕਿੰਨੀ ਹੋਣੀ ਚਾਹੀਦੀ ਹੈ 16 into 1 ਸਰਚਾਰਜ ਦੀ ਵੈਲਿਊ ਆ ਗਈ into ka ਕਾਹਦਾ ਇਸ ਸੋਇਲ ਦਾ ਇਸ ਸੋਇਲ ਦਾ ka ਵੀ ਸੇਮ ਹੈ ਆਪਣੀ ਇਸੇ ਸੋਇਲ ਨਾਲ ਦਾ ਤਾਂ ਵੈਲਿਊ ਕਿੰਨੀ ਆ ਜੂਗੀ 1 by 3 in case ਇਸ ਸੋਇਲ ਦਾ ਫਾਈ ਅਲੱਗ ਹੁੰਦਾ ਤਾਂ ਆਟੋਮੈਟਿਕਲੀ ਆਹ ਵਾਲਾ ਕੋਆਰਡੀਨੇਟ ਚੇਂਜ ਹੋ ਜਾਣਾ ਸੀ ਇਸ ਸੋਇਲ ਤੋਂ ਵੱਧ ਵੀ ਸਕਦਾ ਹੈ ਉੱਪਰਲੀ ਸੋਇਲ ਤੋਂ ਘੱਟ ਵੀ ਸਕਦਾ ਹੈ ਡਿਪੈਂਡ ਕਰੂਗਾ ਤਾਂ ਆਪਣੀ ਹੁਣ ਐਨੀ ਡਾਇਗਰਾਮ ਸਾਰੇ ਕਿਤੇ ਕਾਂਸਟੈਂਟ ਹੋ ਜੂਗੀ ਫॉर ਦਿਸ ਸੋਇਲ ਮਾਸ ਤਾਂ ਆਟੋਮੈਟਿਕਲੀ ਆਹ ਵੈਲਿਊ ਸਾਰੀ ਕਾਂਸਟੈਂਟ ਚੱਲੀ ਨਾਲ ਹੀ ਸਟ੍ਰੈਸ ਆਪਣਾ ਵੱਧਦਾ ਚਲਾ ਜਾ ਰਿਹਾ ਹੈ ਕਿੰਨਾ ਵੱਧ ਰਿਹਾ ਹੈ ka into gamma into z ਫਿਰ ਤੋਂ ਤਾਂ ਹੁਣ ਇਸ ਕੇਸ ਦੇ ਵਿੱਚ ਸੋਇਲ ਦਾ ka into gamma into z ਕਰਨਾ ਹੈ ka ਕਿੰਨਾ ਹੈ 1 by 3 gamma ਕਿੰਨਾ ਹੈ 20 ਸੋਇਲ ਮਾਸ ਕਿੰਨਾ ਹੈ ਸੋਇਲ ਦੀ ਹਾਈਟ ਕਿੰਨੀ ਹੈ 1 ਕਿਉਂ ਲਈ ਹੈ ਉੱਪਰਲੀ ਸੋਇਲ ਤਾਂ ਆਪਾਂ ਸਰਚਾਰਜ ਜੀ ਕੰਸੀਡਰ ਕਰ ਲਈ ਤਾਂ ਨੀਚੇ ਵਾਲੀ ਸੋਇਲ ਦਾ ਗਾਮਾ ਅਲੱਗ ਤੋਂ ਲੈ ਲਿਆ that is 1 ਤਾਂ ਇਸ ਸੋਇਲ ਦਾ ਗਾਮਾ ਕੰਸੀਡਰ ਕਿੰਨਾ ਹੋਊਗਾ 1 by 3 into 20 into 1 ਤਾਂ ਇਸ ਸੋਇਲ ਦਾ ਮੈਕਸਿਮਮ ਪ੍ਰੈਸ਼ਰ ਕਿੰਨਾ ਆ ਗਿਆ this clear ਨੈਕਸਟ ਹੁਣ ਜੇ ਮੈਂ ਸਬਮਰਜਡ ਕੇਸ ਦੀ ਗੱਲ ਕਰਾਂ ਸਬਮਰਜਡ ਕੇਸ ਥੋੜਾ ਜਿਹਾ ਡਿਫਰੈਂਟ ਹੁੰਦਾ ਹੈ ਐਸ ਕੰਪੇਅਰ ਟੂ ਅਦਰ ਕੇਸਿਸ ਕਿਉਂ ਸਬਮਰਜਡ ਵਾਲੀ ਸੋਇਲ ਦੇ ਕੇਸ 'ਚ ਹੁਣ ਦੋ ਚੀਜ਼ਾਂ ਲੋਡ ਹੈਂਡਲ ਕਰਨ ਲੱਗ ਗਿਆ ਇੱਕ ਤਾਂ ਵਾਟਰ ਤੇ ਇੱਕ ਸੋਇਲ ਸੈਚੂਰੇਟਡ ਦੇ ਕੇਸ 'ਚ ਜਿਹੜਾ ਵਾਟਰ ਸੋਇਲ ਦੀਆਂ ਵੋਇਡਸ 'ਚ ਪ੍ਰੈਜ਼ੈਂਟ ਸੀਗਾ ਉਹ ਐਜ਼ ਅ ਪਾਰਟ ਆਫ ਸੋਇਲ ਐਕਟ ਕਰ ਰਿਹਾ ਸੀਗਾ ਬਟ ਹੁਣ ਜਦੋਂ ਮੈਂ ਸਬਮਰਜਡ ਸੋਇਲ ਦੀ ਗੱਲ ਕਰ ਰਿਹਾ ਹਾਂ ਇਹਦੇ ਵਿੱਚ ਵਾਟਰ ਦੀ ਅਮਾਉਂਟ ਬਹੁਤ ਜ਼ਿਆਦਾ ਹੈ ਐਸ ਕੰਪੇਅਰ ਟੂ ਸੋਇਲ ਨਾਲੋਂ ਯਾਨੀ ਕਿ ਵਾਟਰ ਅਲੱਗ ਤੋਂ ਲੋਡ ਹੈਂਡਲ ਕਰੂਗਾ ਤੇ ਸੋਇਲ ਅਲੱਗ ਤੋਂ ਲੋਡ ਹੈਂਡਲ ਕਰੂਗੀ ਜਾਂ ਆਪਾਂ ਇਹ ਕਹਿ ਸਕਦੇ ਹਾਂ ਵੀ ਵਾਟਰ ਜਦੋਂ ਵੀ ਪ੍ਰੈਸ਼ਰ ਹੈਂਡਲ ਕਰੂਗਾ ਉਹਦੀ ਅਮਾਉਂਟ ਅਲੱਗ ਹੋਊਗੀ ਐਸ ਕੰਪੇਅਰ ਟੂ ਸੋਇਲ ਨਾਲੋਂ ਕਿਉਂ ਅਲੱਗ ਹੋਊਗੀ ਕਿਉਂਕਿ ਆਪਾਂ ਇੱਥੇ ਹੌਰੀਜ਼ੌਂਟਲ ਪ੍ਰੈਸ਼ਰ ਦੀ ਗੱਲ ਕਰ ਰਹੇ ਹਾਂ ਫॉर ਵਾਟਰ ਜਿਹੜੀ k ਦੀ ਵੈਲਿਊ ਹੁੰਦੀ ਹੈ ਜੇ ਮੈਂ ਵਾਟਰ ਵਾਸਤੇ k ਲਿਖਾਂ that is 1 always ਜਿਹੜਾ k ਵਾਟਰ ਹੁੰਦਾ ਉਹ 1 ਹੁੰਦਾ ਹੈ ਸੋਇਲ ਦੇ k ਦੀ ਵੈਲਿਊ ਚੇਂਜ ਹੁੰਦੀ ਰਹਿੰਦੀ ਹੈ ਵਿਦ ਵੈਲਿਊ ਆਫ 5 ਹੁਣ ਜਿਨ੍ਹਾਂ ਦੇ ਵੈਲਿਊਜ਼ ਅਲੱਗ-ਅਲੱਗ ਹੈ ਤਾਂ ਆਟੋਮੈਟਿਕਲੀ ਪ੍ਰੈਸ਼ਰ ਐਗਜ਼ਰਟਡ ਵੀ ਅਲੱਗ-ਅਲੱਗ ਹੋਊਗਾ ਯਾਨੀ ਕਿ ਇਸ ਪੁਆਇੰਟ ਉੱਤੇ ਹੁਣ ਜਿਹੜਾ ਪ੍ਰੈਸ਼ਰ ਐਗਜ਼ਰਟ ਹੋਊਗਾ ਉਹਦੇ ਦੋ ਪਾਰਟ ਬਣਨਗੇ ਪਹਿਲਾ ਹੋਊਗਾ
एक सॉइल करके ते दूसरा होगा ड्यू टू वाटर। इस तो पहला आप ये देखते हैं भी इस पॉइंट उत्ते सरचार्ज कितना आ गया, इस लेवल उत्ते सरचार्ज आ गया इन्हां दो सॉइल्स करके। टोटल सरचार्ज कितना हो जाऊगा इस पॉइंट ऊपर, जिवें इस पॉइंट ऊपर टोटल सरचार्ज लिखा, टोटल सरचार्ज क्यों ना डिनोट कर रहे हैं कितना हो जाऊगा 16 into 1 प्लस 20 into 1, एक तो ऊपर वाली सॉइल करके 16 गुना, एक नीचे वाली सॉइल करके 20 गुना 20 गुना 1, तो टोटल सरचार्ज कितना आ गया 36। तो हुण इस पॉइंट उत्ते 36 का सरचार्ज एक्ट कर रहे हैं, तो इस पॉइंट उत्ते स्ट्रेस कितना होगा टोटल, आ टोटल स्ट्रेस नीचे कितना होगा जस्ट इस लेवल दे नीचे कितना होगा, दैट वुड बी 36 into KA, KA दी वैल्यू कितनी है 1/3 1/3, जस्ट इस लेवल तो नीचे, जस्ट इस लेवल तो ऊपर कितना होगा जिन्ना ਆਪਾਂ कैलकुलेट ਕੀਤਾ ਸੀਗਾ इस सॉइल ਦੇ ਵਿੱਚ। सिमिलरली ऊपरले केस 'ਚ ਵੀ ਕੀ ਹੋਇਆ ਸੀਗਾ, जस्ट इस लेवल तो ऊपर डिपेंड करूगा ऊपर वाली सॉइल 'ਚ, जस्ट इस लेवल तो नीचे डिपेंड करूगा नीचे वाली सॉइल ਤੇ। क्लियर। ਹੁਣ ਆਪਾਂ ਜੇ सबमर्ज्ड ਦੇ केस देखिए ਤਾਂ सबमर्ज्ड ਦੇ केस 'ਚ ਕੀ ਹੋਊਗਾ, ਆ ਡਾਇਗਰਾਮ ਇੱਕ ਤੱਕ ਐ ਕੰਟੀਨਿਊ ਹੋਊਗੀ ਤੇ ਇਸ ਤੋਂ ਅੱਗੇ ਇੱਕ ਮੈਗਨੀਟਿਊਡ ਇਹਦਾ ਬਣੂਗਾ ਇਸ ਤਰੀਕੇ ਨਾਲ, ਦੂਜਾ ਮੈਗਨੀਟਿਊਡ ਬਣੂਗਾ ਕੁਝ ਇਸ ਤਰੀਕੇ ਨਾਲ। ਕਿਵੇਂ ਕਿਵੇਂ ਬਣੂਗਾ, ਸੋਇਲ ਦਾ KA ਘੱਟ ਹੈ ਯਾਨੀ ਕਿ ਸੋਇਲ ਦਾ ਆਵਲਾ ਮੈਗਨੀਟਿਊਡ ਘੱਟ ਹੋਊਗਾ, ਵਾਟਰ ਦਾ KA ਜ਼ਿਆਦਾ ਹੈ ਯਾਨੀ ਕਿ ਵਾਟਰ ਦਾ ਆਵਲਾ ਮੈਗਨੀਟਿਊਡ ਕੀ ਹੋਊਗਾ ਜ਼ਿਆਦਾ ਹੋਊਗਾ। ਹੁਣ ਟੋਟਲ ਜੇ ਆਪਾਂ ਸਿਗਮਾ 3 ਦੇਖਣਾ ਹੋਵੇ ਜਾਂ ਟੋਟਲ ਅਰਥ ਪ੍ਰੈਸ਼ਰ ਦੇਖਣਾ ਹੋਵੇ ਤਾਂ ਉਹ ਕਿਹਦੇ ਕਰਕੇ ਹੋਊਗਾ, ਸੋਇਲ ਪਲੱਸ ਵਾਟਰ ਦੋਨਾਂ ਨੂੰ ਅਲੱਗ ਤੋਂ ਐਡ ਕਰਨਾ ਪਊਗਾ। ਕਿਵੇਂ ਐਡ ਕਰਾਂਗੇ, ਸੋਇਲ ਦੇ ਵੇਲੇ KA ਦੀ ਵੈਲਿਊ ਕਿੰਨੀ ਹੈ 1/3, ਵਾਟਰ ਵੇਲੇ KA ਦੀ ਵੈਲਿਊ ਕਿੰਨੀ ਹੈ 1। ਤਾਂ ਹੁਣ ਸੋਇਲ ਦਾ ਸਬਮਰਜਡ ਕੇਸ ਹੈ ਤਾਂ ਸਬਮਰਜਡ ਯੂਨਿਟ weight ਲਵਾਂਗੇ। ਸਬਮਰਜਡ ਯੂਨਿਟ weight ਕਿੰਨਾ ਹੁੰਦਾ ਸੋਇਲ ਦਾ, ਸੈਚੂਰੇਟਡ ਮਾਈਨਸ ਗਾਮਾ ਵਾਟਰ, ਤਾਂ ਇੱਥੇ ਗਾਮਾ ਕਿੰਨਾ ਆ ਜਾਊਗਾ 20 minus 10 that is 10, ਤਾਂ ਇੱਥੇ ਵੈਲਿਊ ਕਿੰਨੀ ਹੋਗੀ, ਫਿਰ ਫਾਰਮੂਲਾ ਸੇਮ ਪੁੱਟ ਕਰ ਰਹੇ ਹਾਂ KA into gamma into Z, KA ਕਿੰਨਾ 1/3, gamma ਕਿੰਨਾ 10, Z ਕਿੰਨਾ 1, KA 1/3 gamma 10 ਹਾਈਟ 1। ਵਾਟਰ ਦੇ ਕੇਸ 'ਚ ਕਿੰਨਾ ਹੋ ਜਾਊਗਾ, KA ਕਿੰਨਾ ਹੁੰਦਾ 1 into gamma ਕਿੰਨਾ ਹੋ ਗਿਆ 10 into ਹਾਈਟ ਕਿੰਨੀ ਹੋਗੀ 1, that is 10/3 प्लस 10 ਆਪਾਂ ਵੈਲਿਊਜ਼ ਕੈਲਕੂਲੇਟ ਕਰ ਸਕਦੇ ਹਾਂ। ਤਾਂ ਹੁਣ ਜੇ ਤੁਸੀਂ ਧਿਆਨ ਦਿਓ ਸੋਇਲ ਦੇ ਕਰਕੇ ਜੇ ਮੈਂ ਇਕੱਲਾ ਕੈਲਕੂਲੇਟ ਕਰਨਾ ਹੋਵੇ ਤਾਂ ਅਗਲਾ ਮੈਗਨੀਟਿਊਡ ਆ ਗਿਆ 10/3, ਵਾਟਰ ਕਰਕੇ ਕਿੰਨਾ ਆ ਗਿਆ 10। ਟੋਟਲ ਵੈਲਿਊ ਕਿੰਨੀ ਹੋਊਗੀ ਜਿੰਨੀ ਆਪਾਂ ਉੱਪਰ ਸਰਚਾਰਜ ਵਾਲੀ ਕੈਲਕੂਲੇਟ ਕੀਤੀ ਸੀ ਪਲੱਸ ਜਿੰਨੀ ਸੋਇਲ ਦੀ ਹੋਊਗੀ ਪਲੱਸ ਜਿੰਨੀ ਵਾਟਰ ਦੀ ਹੋਊਗੀ, ਯਾਨੀ ਕਿ ਤਿੰਨੇ ਕੇਸਿਸ ਜੇ ਆਪਾਂ ਕੰਸੀਡਰ ਕਰਾਂਗੇ ਫਿਰ ਆਪਣਾ ਟੋਟਲ ਸਟ੍ਰੈਸ ਨਿਕਲੂਗਾ ਬਾਟਮ ਦੇ ਉੱਪਰ। ਪੇਪਰ ਦੇ ਵਿੱਚ ਆਪਾਂ ਨੂੰ ਕਿਤੇ ਵੀ ਕਿਸੇ ਵੀ ਪੁਆਇੰਟ ਉੱਤੇ ਸਟ੍ਰੈਸ ਪੁੱਛ ਸਕਦੇ ਆ ਤਾਂ ਆਪਾਂ Z ਦੀ ਵੈਲਿਊ ਨੂੰ ਉਸ ਵੈਲਿਊ ਨਾਲ ਰਿਪਲੇਸ ਕਰਾਂਗੇ ਤੇ ਆਪਣੇ ਆਟੋਮੈਟਿਕਲੀ ਸਟ੍ਰੈਸਸ ਨਿਕਲ ਕੇ ਸਾਹਮਣੇ ਆ ਜਾਣਗੇ। ਪਰ ਇਹਦੇ ਵਿੱਚ ਇੱਕ ਸਭ ਤੋਂ ਵੱਡੀ ਮਿਸਟੇਕ ਸਟੂਡੈਂਟਸ ਕੀ ਕਰਦੇ ਨੇ ਫਾਈ ਦੀ ਵੈਲਿਊ ਲੈਣ 'ਚ। ਫਾਈ ਦੀ ਵੈਲਿਊ ਉਸੇ ਸੋਇਲ ਦੀ ਲੈਣੀ ਹੈ ਜਿਸ ਸੋਇਲ 'ਚ ਸਟ੍ਰੈਸ ਪੁੱਛਿਆ ਹੋਇਆ ਹੈ। ਮੋਸਟਲੀ ਆਪਾਂ ਨੂੰ ਆਦਤ ਹੁੰਦੀ ਹੈ ਤੁਸੀਂ ਕੁਐਸਚਨਸ ਦੀ ਪ੍ਰੈਕਟਿਸ ਵੀ ਕਰੋਗੇ ਤਾਂ ਸਾਰੇ ਕਿਤੇ ਫਾਈ 30 ਦਿੱਤਾ ਹੁੰਦਾ ਹੈ ਤਾਂ ਆਪਾਂ ਬਾਈ ਡਿਫਾਲਟ ਫਾਈ ਨੂੰ 30 ਪੁੱਟ ਕਰ ਦਿੰਦੇ ਹਾਂ ਤੇ ਇਹੀ ਗਲਤੀ ਪੇਪਰ 'ਚ ਹੋ ਜਾਂਦੀ ਹੈ। ਇਹ ਤੋਂ ਬਚ ਕੇ ਰਹਿਣਾ। ਧਿਆਨ ਕਿੱਥੇ ਰੱਖਣਾ ਹੈ, ਜੇ ਤਾਂ ਪੇਪਰ ਦੇ ਵਿੱਚ ਪੁੱਛਿਆ ਹੋਊਗਾ ਵੀ ਜਸਟ ਅਬਵ ਦਿਸ ਹਾਈਟ ਲੈਵਲ, ਜੇ ਤਾਂ ਜਸਟ ਅਬਵ ਦਿਸ ਹਾਈਟ ਲੈਵਲ ਪੁੱਛਿਆ ਹੋਊਗਾ ਤਾਂ ਆਪਾਂ ਉੱਪਰ ਵਾਲੀ ਸੋਇਲ ਨੂੰ ਕੰਸੀਡਰ ਕਰਾਂਗੇ, ਜੇ ਜਸਟ ਬਿਲੋ ਦਿਸ ਹਾਈਟ ਲੈਵਲ ਪੁੱਛਿਆ ਹੋਊਗਾ ਤਾਂ ਆਪਾਂ ਨੀਚੇ ਵਾਲੀ ਸੋਇਲ ਨੂੰ ਕੰਸੀਡਰ ਕਰਾਂਗੇ। ਇਨ ਕੇਸ ਆਫ ਸਬਮਰਜਡ ਸੋਇਲ, ਸੋਇਲ ਦਾ ਅਲੱਗ ਤੋਂ ਲੈਣਾ ਸਟ੍ਰੈਸ ਤੇ ਵਾਟਰ ਦਾ ਅਲੱਗ ਤੋਂ ਲੈਣਾ। ਕਦੇ ਵੀ ਆਪਣੇ ਆਪ ਵਾਟਰ ਦੇ ਗਾਮਾ ਨੂੰ 10 ਕੰਸੀਡਰ ਨਹੀਂ ਕਰਨਾ, ਜੇ ਕੁਐਸਚਨ 'ਚ ਪ੍ਰੋਵਾਈਡਡ ਹੈ ਫਿਰ ਹੀ ਕੰਸੀਡਰ ਕਰਾਂਗੇ। ਫॉर द कैलकुलेशन सेक मैं इत्थे गामा ਨੂੰ 10 ਲਿਆ ਸੀਗਾ, ਪੇਪਰ ਦੇ ਵਿੱਚ ਵੀ ਆਪਾਂ ਨੂੰ JES ਦੇ ਪੇਪਰ 'ਚ 10 ਪ੍ਰੋਵਾਈਡ ਕਰ ਦਿੰਦੇ ਹੁੰਦੇ ਆ। in case it is not provided then we have to take it as 9.81 kilonewton per meter cube। ਗੇਟ ਦਾ ਐਗਜ਼ਾਮ ਜੇ ਤੁਸੀਂ ਅਟੈਂਪਟ ਕਰਦੇ ਹੋ ਉੱਥੇ ਐਕੂਰੇਸੀ ਬਹੁਤ ਮੈਟਰ ਕਰਦੀ ਹੈ, we need an accuracy of at least 3 points after decimal, ਤਾਂ ਉਸ ਐਕੂਰੇਸੀ ਨੂੰ ਮੇਨਟੇਨ ਕਰਨ ਲਈ 9.81 ਹੀ ਲੈਣਾ ਪਊਗਾ। in JESTO SSC JEE exams there is no calculator provided, so they can provide gamma water as 10 kilonewton per meter cube। clear। ਤਾਂ ਇਸ ਮੈਕਸਿਮਮ ਲੈਵਲ ਦੇ ਕੁਐਸਚਨਸ ਇਸ ਦੇ ਵਿੱਚ ਇਨਕਲੂਡ ਹੁੰਦੇ ਨੇ।
ਬਹੁਤ ਛੋਟੇ ਛੋਟੇ ਕੁਐਸਚਨਸ ਬਣ ਸਕਦੇ ਨੇ, ਲਾਈਕ ਕੱਲੀ ਫਾਈ ਦੀ ਵੈਲਿਊ ਪੁੱਛ ਸਕਦੇ ਆ, ਕੱਲਾ ਗਾਮਾ ਕੈਲਕੂਲੇਟ ਕਰਨਾ ਪੁੱਛ ਸਕਦੇ ਆ, ਜਾਂ ਫਸਟ ਚੈਪਟਰ ਦੇ ਵਿੱਚੋਂ ਜਿਨ੍ਹਾਂ ਨੇ ਥੋੜੇ ਜਿਹੇ ਕਨਸੈਪਟ ਇਨਕਲੂਡ ਕਰਨੇ ਹੋਣ ਤਾਂ ਜੀ ਦੀ ਵੈਲਿਊ ਈ ਦੀ ਵੈਲਿਊ ਦੇ ਦਿੰਦਾ, ਗਾਮਾ ਵੀ ਪ੍ਰੋਵਾਈਡ ਨਹੀਂ ਕਰਦੇ, ਗਾਮਾ ਵੀ ਕੈਲਕੂਲੇਟ ਕਰਨਾ ਹੁੰਦਾ। ਨੈਕਸਟ ਪਾਰਟ ਕਿਵੇਂ ਇਨਕਰੀਜ਼ ਕਰ ਸਕਦੇ ਆ, ਸੀ ਦੀ ਵੈਲਿਊ ਦੇ ਸਕਦੇ ਆ, ਥੋੜੀ ਜਿਹੀ ਟਫਨੈਸ ਇਨਕਰੀਜ਼ ਹੋ ਜੂਗੀ ਕੁਐਸਚਨ ਦੀ। ਵਿੱਚੋਂ ਕਿਸੇ ਇੱਕ ਸਵਾਲ 'ਚ ਕੋਹੈਜ਼ਨ ਦੇ ਸਕਦੇ ਨੇ ਤਾਂ ਉੱਥੇ ਨੈਗੇਟਿਵ ਪੋਜ਼ਿਟਿਵ ਨੂੰ ਕਿਵੇਂ ਟੈਕਲ ਕਰਾਂਗੇ, ਉਹ ਵੀ ਆਪਾਂ ਨੂੰ ਕੁਐਸਚਨ ਟੂ ਕੁਐਸਚਨ ਵੈਰੀ ਕਰੂਗਾ। ਸਬਮਰਜਡ ਕੇਸ ਮੋਸਟ ਕਾਮਨਲੀ ਪੁੱਛਿਆ ਜਾਂਦਾ ਹੈ, ਕਿਉਂ ਸਟੂਡੈਂਟਸ ਗਲਤੀ ਕਰ ਜਾਂਦੇ ਨੇ, ਸਿੱਧਾ ਸਿੱਧਾ ਗਾਮਾ ਸਵਾਲ ਨੂੰ ਮਲਟੀਪਲਾਈ ਕਰਕੇ ਆਨਸਰ ਦੇ ਦਿੰਦੇ ਆ, ਵਾਟਰ ਦਾ ਅਲੱਗ ਤੋਂ ਕੰਸੀਡਰ ਕਰਨਾ ਰਹਿ ਜਾਂਦਾ। ਤਾਂ ਇਹ ਮੋਸਟਲੀ ਕਾਮਨ ਮਿਸਟੇਕਸ ਨੇ ਅਰਥ ਪ੍ਰੈਸ਼ਰ ਵਾਲੇ ਚੈਪਟਰ 'ਚ, ਇਹਨੂੰ ਆਪਾਂ ਧਿਆਨ 'ਚ ਰੱਖਾਂਗੇ। ਅੱਜ ਆਪਾਂ ਕੀ ਪੜ੍ਹਿਆ, ਅੱਜ ਆਪਾਂ ਇਹ ਦੇਖਿਆ ਵੀ ਸੋਇਲ ਦੇ ਵਿੱਚ ਅਨਸਪੋਰਟਡ ਐਕਸਕੇਵੇਸ਼ਨ ਕਰਨੀ ਉਹ ਕਿਵੇਂ ਹੋਊਗੀ। ਫਿਰ ਆਪਾਂ ਇਹ ਦੇਖਿਆ ਵੀ ਸੋਇਲ ਦੇ ਵਿੱਚ ਜੇ ਆਪਾਂ ਨੇ ਬ੍ਰੇਸਿੰਗਸ ਪ੍ਰੋਵਾਈਡ ਕਰਨੇ ਆ ਤਾਂ ਕਿੰਨੀ ਹਾਈਟ ਤੋਂ ਬਾਅਦ ਆਪਾਂ ਬ੍ਰੇਸਿੰਗਸ ਪ੍ਰੋਵਾਈਡ ਕਰਾਂਗੇ। ਫਿਰ ਆਪਾਂ ਇਹ ਦੇਖਿਆ ਵੀ ਸੋਇਲ ਦੇ ਵਿੱਚ ਅਲੱਗ-ਅਲੱਗ ਪੁਆਇੰਟਸ ਦੇ ਉੱਪਰ ਪ੍ਰੈਸ਼ਰ ਕਿਸ ਤਰੀਕੇ ਨਾਲ ਕੈਲਕੂਲੇਟ ਕਰਨਾ ਹੈ। ਜੇ ਪ੍ਰੈਸ਼ਰ ਕੈਲਕੂਲੇਟ ਹੋਣ ਤੋਂ ਬਾਅਦ ਜੇ ਫੋਰਸ ਵੀ ਪੁੱਛ ਲਈ ਤਾਂ ਫੋਰਸ ਆਪਾਂ ਉਸੇ ਤਰੀਕੇ ਨਾਲ ਏਰੀਆ ਕੱਢਾਂਗੇ, ਜਿੰਨੀ ਵੀ ਪ੍ਰੈਸ਼ਰ ਡਾਇਗਰਾਮ ਹੋਊਗੀ ਆਪਣੇ ਕੋਲੇ ਫੋਰਸ ਆ ਜਾਊਗੀ। ਕਲੀਅਰ? ਤਾਂ ਇੱਥੇ ਆਪਣਾ ਅਰਥ ਪ੍ਰੈਸ਼ਰ ਥਿਊਰੀ ਵਾਲਾ ਚੈਪਟਰ ਕੰਪਲੀਟ ਹੁੰਦਾ। ਨੈਕਸਟ ਵੀਡੀਓ ਦੇ ਵਿੱਚ ਆਪਾਂ ਸੋਇਲ ਦਾ ਅਗਲਾ ਪਾਰਟ ਸ਼ੁਰੂ ਕਰਾਂਗੇ। ਆਈ ਹੋਪ ਕਿ ਤੁਸੀਂ ਸਾਰਿਆਂ ਨੇ ਹੁਣ ਤੱਕ ਵਾਲੀ ਸੋਇਲ ਕੰਪਲੀਟ ਕਰ ਲਈ ਹੋਊਗੀ। ਜਿਨ੍ਹਾਂ ਸਟੂਡੈਂਟਸ ਨੂੰ ਟੈਸਟ ਵਗੈਰਾ ਦੀ ਲੋੜ ਹੈ, ਸਟੱਡੀ ਮਟੀਰੀਅਲ ਦੀ ਲੋੜ ਹੈ, WhatsApp ਗਰੁੱਪ ਦਾ ਲਿੰਕ ਨੀਚੇ ਡਿਸਕ੍ਰਿਪਸ਼ਨ 'ਚ ਪ੍ਰੋਵਾਈਡਡ ਹੈ, ਟੈਲੀਗ੍ਰਾਮ ਚੈਨਲ ਦਾ ਲਿੰਕ ਪ੍ਰੋਵਾਈਡਡ ਹੈ। ਇਨ ਕੇਸ ਤੁਹਾਨੂੰ ਕੋਈ ਡਾਊਟ ਆਉਂਦਾ ਤੁਸੀਂ ਗਰੁੱਪ ਦੇ ਵਿੱਚ ਆਸਕ ਕਰ ਸਕਦੇ ਹੋ, ਸਟੱਡੀ ਮਟੀਰੀਅਲ ਦੀ ਲੋੜ ਹੈ ਟੈਲੀਗ੍ਰਾਮ ਚੈਨਲ 'ਚੋਂ ਪਿਕ ਕਰ ਸਕਦੇ ਹੋ। ਇਸ ਵੀਡੀਓ ਨੂੰ ਆਪਣੇ ਫਰੈਂਡਸ ਨਾਲ ਜ਼ਰੂਰ ਸ਼ੇਅਰ ਕਰਿਓ ਤਾਂ ਕਿ ਮੈਕਸਿਮਮ ਤੋਂ ਮੈਕਸਿਮਮ ਸਟੂਡੈਂਟਸ ਇਸ ਵੀਡੀਓ ਦਾ ਫਾਇਦਾ ਲੈ ਸਕਣ। ਥੈਂਕ ਯੂ ਵੈਰੀ ਮਚ।